ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਤੇ। ਸੋ ਬੱਚਿਓ, ਸਾਡੇ ਯੂਨਿਟ 2 ਦੇ ਪੇਪਰ ਆਉਣ ਵਾਲੇ ਹਨ ਅਤੇ ਯੂਨਿਟ 2 ਦੇ ਪੇਪਰਾਂ ਦੇ ਲਈ ਅਸੀਂ ਆਪਣੀ ਪਾਠ ਪੁਸਤਕ ਕਰੂੰਬਲਾ ਦੇ ਵਿੱਚੋਂ ਜਿਹੜੇ ਵੀ ਪਾਠ ਪੜ੍ਹੇ ਹਨ ਉਹਨਾਂ ਪਾਠਾਂ ਦੀ ਅਸੀਂ ਇੱਕ ਵਾਰ ਫਿਰ ਦੁਬਾਰਾ ਦੁਹਰਾਈ ਕਰਾਂਗੇ। ਸੋ ਬੱਚਿਓ, ਅਸੀਂ ਆਪਣੀ ਪਾਠ ਪੁਸਤਕ ਕਰੂੰਬਲਾ ਵਿੱਚੋਂ 2 ਪਾਠ ਕੀਤੇ ਹਨ, ਪਾਠ ਚੂਹਾ ਤੇ ਰਿਸ਼ੀ ਅਤੇ ਦੂਸਰਾ ਪਾਠ ਈਦ ਦਾ ਤਿਉਹਾਰ। ਸੋ ਇਹ ਪਾਠ ਅਸੀਂ ਬੜੀ ਚੰਗੀ ਤਰ੍ਹਾਂ ਪੜ੍ਹ ਚੁੱਕੇ ਹਾਂ, ਇਹਨਾਂ ਦੇ ਅਭਿਆਸ ਵੀ ਕਰ ਚੁੱਕੇ ਹਾਂ। ਸੋ ਅਸੀਂ ਇੱਕ ਵਾਰ ਫਿਰ ਦੁਬਾਰਾ ਇਹਨਾਂ ਬਾਰੇ ਥੋੜ੍ਹਾ ਜਿਹਾ ਸਮਝਾਂਗੇ ਕਿ ਇਹਨਾਂ ਪਾਠਾਂ ਦੇ ਵਿੱਚੋਂ ਤੁਸੀਂ ਪੇਪਰਾਂ ਦੇ ਲਈ ਤਿਆਰੀ ਕਿਵੇਂ ਕਰਨੀ ਹੈ। ਸੋ ਬੱਚੋ, ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਾਠ ਚੂਹਾ ਅਤੇ ਰਿਸ਼ੀ ਦੀ। ਸੋ ਪਾਠ ਚੂਹਾ ਅਤੇ ਰਿਸ਼ੀ ਦੇ ਵਿੱਚ ਤੁਸੀਂ ਪੜ੍ਹਿਆ ਹੈ ਕਿ ਰਿਸ਼ੀ ਜਿਹੜਾ ਸੀ ਉਹ ਆਪਣੀ ਕੁਟੀਆ ਦੇ ਅੱਗੇ ਬੈਠਾ ਹੋਇਆ ਸੀ ਅਤੇ ਉੱਥੋਂ ਇੱਕ ਕਾਂ ਉੱਡਦਾ ਹੋਇਆ ਲੰਘਿਆ ਜਿਸ ਦੀ ਚੁੰਝ ਵਿੱਚ ਚੂਹਾ ਸੀ। ਚੂਹਾ ਉਸ ਜਗ੍ਹਾ 'ਤੇ ਡਿੱਗਿਆ ਅਤੇ ਚੂਹਾ ਜਦੋਂ ਡਿੱਗ ਕੇ ਰਿਸ਼ੀ ਦੇ ਕੋਲ ਪਹੁੰਚਿਆ ਅਤੇ ਉਸਨੂੰ ਕਿਹਾ ਕਿ ਉਹ ਆਪਣੀ ਕੁਟੀਆ ਦੇ ਨੇੜੇ ਉਸਨੂੰ ਰਹਿਣ ਦੇਵੇ। ਹੌਲੀ ਹੌਲੀ ਚੂਹਾ ਉੱਥੇ ਰਹਿਣਾ ਸ਼ੁਰੂ ਹੋ ਗਿਆ ਅਤੇ ਰਿਸ਼ੀ ਨੇ ਉਸਨੂੰ ਰੋਟੀ ਖਾਣ ਲਈ ਦੇਣੀ ਸ਼ੁਰੂ ਕੀਤੀ। ਚੂਹਾ ਤਕੜਾ ਹੋ ਗਿਆ ਅਤੇ ਚੂਹਾ ਕੁਟੀਆ ਦੇ ਨੇੜੇ ਹੀ ਰਹਿਣਾ ਸ਼ੁਰੂ ਹੋ ਗਿਆ। ਚੂਹੇ ਨੂੰ ਵੀ ਚੰਗਾ ਲੱਗਣ ਲੱਗ ਗਿਆ ਕਿ ਉਸਨੂੰ ਰੋਜ਼ ਖਾਣ ਲਈ ਰੋਟੀ ਮਿਲ ਜਾਂਦੀ ਹੈ। ਇਸ ਤੋਂ ਬਾਅਦ ਜਦੋਂ ਇੱਕ ਦਿਨ ਚੂਹੇ ਨੂੰ ਬਿੱਲੀ ਨੇ ਵੇਖ ਲਿਆ ਅਤੇ ਬਿੱਲੀ ਨੇ ਚੂਹੇ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਚੂਹਾ ਦੌੜਿਆ ਦੌੜਿਆ ਰਿਸ਼ੀ ਦੇ ਕੋਲ ਪਹੁੰਚਿਆ ਅਤੇ ਰਿਸ਼ੀ ਨੇ ਉਸਨੂੰ ਚਮਤਕਾਰ ਕਰਕੇ ਉਸਨੂੰ ਇੱਕ ਬਿੱਲੀ ਬਣਾ ਦਿੱਤਾ। ਬਿੱਲੀ ਨੂੰ ਫਿਰ ਕੁੱਤੇ ਨੇ ਦੇਖ ਲਿਆ। ਕੁੱਤੇ ਨੇ ਜਦੋਂ ਉਸਨੂੰ ਖਾਣਾ ਚਾਹਿਆ ਤਾਂ ਰਿਸ਼ੀ ਨੇ ਉਸਨੂੰ ਕੁੱਤਾ ਬਣਾ ਦਿੱਤਾ। ਜਦੋਂ ਕੁੱਤਾ ਬਣਿਆ ਹੋਇਆ ਸੀ ਅਤੇ ਫਿਰ ਦੁਬਾਰਾ ਉਸਨੂੰ ਸ਼ੇਰ ਤੋਂ ਬਚਾਉਣ ਲਈ ਰਿਸ਼ੀ ਨੇ ਉਸਨੂੰ ਸ਼ੇਰ ਬਣਾਇਆ। ਪਰ ਅੰਤ ਵਿੱਚ ਕੀ ਹੋਇਆ ਕਿ ਉਹ ਸ਼ੇਰ ਚਾਹੁੰਦਾ ਸੀ ਕਿ ਸਾਰੇ ਉਸ ਤੋਂ ਡਰਨ, ਇਸ ਲਈ ਉਸਨੇ ਰਿਸ਼ੀ ਨੂੰ ਹੀ ਮਾਰਨਾ ਚਾਹਿਆ ਕਿਉਂਕਿ ਰਿਸ਼ੀ ਨੇ ਸਾਰੇ ਲੋਕਾਂ ਨੂੰ ਦੱਸ ਦਿੱਤਾ ਸੀ ਕਿ ਇਹ ਚੂਹਾ ਹੈ, ਸ਼ੇਰ ਨਹੀਂ ਹੈ ਅਤੇ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਅਤੇ ਚੂਹੇ ਨੂੰ ਚੰਗਾ ਲੱਗਣ ਲੱਗ ਗਿਆ ਸੀ ਕਿ ਸਾਰੇ ਲੋਕ ਉਸ ਤੋਂ ਡਰਨ, ਇਸ ਲਈ ਉਸਨੇ ਸੋਚਿਆ ਕਿ ਰਿਸ਼ੀ ਨੂੰ ਹੀ ਮਾਰ ਦਿੱਤਾ ਜਾਏ। ਪਰ ਰਿਸ਼ੀ ਨੂੰ ਉਸਦੀ ਨੀਅਤ ਦਾ ਪਤਾ ਲੱਗ ਗਿਆ ਅਤੇ ਰਿਸ਼ੀ ਨੇ ਕੀ ਕੀਤਾ, ਉਸਨੂੰ ਦੁਬਾਰਾ ਤੋਂ ਚੂਹਾ ਬਣਾ ਦਿੱਤਾ। ਔਰ ਇਸ ਕਹਾਣੀ ਦੀ ਇੱਕ ਸਿੱਖਿਆ ਵੀ ਮਿਲਦੀ ਹੈ ਕਿ ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਸ਼ੇਕ ਕਰਨ ਵਾਲਿਆਂ ਦਾ ਇਹੋ ਹਾਲ ਹੁੰਦਾ ਹੈ। ਸੋ ਬੱਚਿਓ, ਇਹ ਸੀ ਇੱਕ ਕਹਾਣੀ ਚੂਹਾ ਅਤੇ ਰਿਸ਼ੀ ਜਿਹੜੀ ਕਿ ਤੁਸੀਂ ਆਲਰੇਡੀ ਪੜ੍ਹ ਚੁੱਕੇ ਹੋ ਅਤੇ ਇਸ ਨੂੰ ਤੁਸੀਂ ਪ੍ਰੋਪਰ ਇੱਕ ਰੀਡਿੰਗ ਦੇਣੀ ਹੈ। ਚੰਗੀ ਤਰ੍ਹਾਂ ਤੁਹਾਨੂੰ ਲਾਈਨ ਟੂ ਲਾਈਨ ਲੈਸਨ ਆਉਣਾ ਚਾਹੀਦਾ ਹੈ। ਤੁਹਾਨੂੰ ਕਿਤਿਓਂ ਵੀ ਫਿਲਪਸ ਆ ਸਕਦੇ ਨੇ, ਕਿਤਿਓਂ ਵੀ ਕੁਐਸਚਨ ਆਨਸਰ ਆ ਸਕਦੇ ਨੇ, ਠੀਕ ਹੈ। ਸੋ ਇਹਨੂੰ ਬਹੁਤ ਚੰਗੀ ਤਰ੍ਹਾਂ ਪੜ੍ਹਨਾ। ਔਖੇ ਸ਼ਬਦਾਂ ਦੇ ਅਰਥ ਜਿਹੜੇ ਦਿੱਤੇ ਗਏ ਨੇ ਉਹ ਵੀ ਤੁਸੀਂ ਯਾਦ ਕਰਨਾ, ਉਹ ਵੀ ਪੇਪਰ ਵਿੱਚ ਆਉਣਗੇ। ਜਿਹੜਾ ਇਹਦਾ ਅਭਿਆਸ ਦਿੱਤਾ ਗਿਆ ਹੈ ਉਸ ਵਿੱਚੋਂ ਪੇਪਰ ਵਿੱਚ ਤਾਂ ਨਹੀਂ ਆਏਗਾ, ਲੇਕਿਨ ਉਸੇ ਤਰ੍ਹਾਂ ਦਾ ਹੀ ਪੇਪਰ ਆਏਗਾ ਕਿ ਤੁਹਾਨੂੰ ਖਾਲੀ ਥਾਵਾਂ ਭਰੋ ਵੀ ਆਉਣਗੀਆਂ, ਠੀਕ ਹੈ। ਤੁਹਾਨੂੰ ਸ਼ਬਦ ਅਰਥ ਵੀ ਆਉਣਗੇ, ਤੁਹਾਨੂੰ ਕਿਸ ਨੇ ਕਿਸ ਨੂੰ ਕਿਹਾ ਵੀ ਆ ਸਕਦਾ ਹੈ ਅਤੇ ਇਸ ਤੋਂ ਇਲਾਵਾ ਤੁਹਾਨੂੰ ਸਹੀ ਗਲਤ ਵਾਕ ਨੂੰ ਚੁਣਨਾ ਇਹ ਵੀ ਆ ਸਕਦਾ ਹੈ ਕਿ ਤੁਹਾਨੂੰ ਵਾਕਾਂ ਦੇ ਵਿੱਚੋਂ ਸਹੀ ਵਾਕ ਚੁਣਨ ਵਾਸਤੇ ਵੀ ਆ ਸਕਦਾ ਹੈ। ਸੋ ਬੱਚਿਓ, ਇਸ ਪਾਠ ਦੀ ਤੁਸੀਂ ਚੰਗੀ ਤਰ੍ਹਾਂ ਤਿਆਰੀ ਕਰ ਲੈਣਾ। ਅਗਲਾ ਪਾਠ ਹੈ ਸਾਡਾ ਈਦ ਦਾ ਤਿਉਹਾਰ। ਸੋ ਬੱਚਿਓ, ਈਦ ਦਾ ਤਿਉਹਾਰ ਪਾਠ ਦੇ ਵਿੱਚ ਤੁਸੀਂ ਪੜ੍ਹਿਆ ਹੈ ਕਿ ਈਦ ਦਾ ਤਿਉਹਾਰ ਜਿਹੜਾ ਹੈ ਉਹ ਮੁਸਲਮਾਨਾਂ ਦਾ ਤਿਉਹਾਰ ਹੁੰਦਾ ਹੈ ਅਤੇ ਇਹ ਰਮਜ਼ਾਨ ਦੇ ਮਹੀਨੇ ਦੇ ਅੰਤ ਵਿੱਚ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਅਸੀਂ ਦੂਸਰੇ ਤਿਉਹਾਰ ਮਨਾਉਂਦੇ ਹਾਂ, ਦੁਸਹਿਰਾ, ਦੀਵਾਲੀ, ਗੁਰਪੁਰਬ, ਇਸੇ ਤਰ੍ਹਾਂ ਹੀ ਈਦ ਦਾ ਤਿਉਹਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਇੱਕ ਦੂਸਰੇ ਦੇ ਗਲੇ ਮਿਲ ਕੇ ਵਧਾਈਆਂ ਦਿੰਦੇ ਹਨ। ਸੋ ਇਸ ਮਹੀਨੇ ਦੇ ਵਿੱਚ ਜਿਹੜੇ ਮੁਸਲਮਾਨ ਹਨ ਉਹ ਪੂਰਾ ਮਹੀਨਾ ਵਰਤ ਰੱਖਦੇ ਹਨ ਅਤੇ ਜਦੋਂ ਚੰਦਰਮਾ ਨਿਕਲਦਾ ਹੈ ਉਦੋਂ ਹੀ ਆਪਣਾ ਵਰਤ ਖੋਲ੍ਹਦੇ ਹਨ। ਅਤੇ ਉਸ ਤੋਂ ਅਗਲੇ ਦਿਨ, ਜਦੋਂ ਚੰਦਰਮਾ ਨਿਕਲਣ ਤੋਂ ਬਾਅਦ ਅਗਲੇ ਦਿਨ ਈਦ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਇਸ ਤਿਉਹਾਰ ਨੂੰ ਈਦ ਉਲ ਫਿਤਰ ਵੀ ਕਿਹਾ ਜਾਂਦਾ ਹੈ। ਸੋ ਬੱਚੋ, ਇਹ ਹੈ ਫਸਟ ਪੇਜ ਦੀ ਰੀਡਿੰਗ ਅਤੇ ਤੁਸੀਂ ਇਸ ਨੂੰ ਬਹੁਤ ਧਿਆਨ ਨਾਲ ਪੜ੍ਹਨਾ। ਇਸ ਤੋਂ ਬਾਅਦ ਦੱਸਿਆ ਗਿਆ ਹੈ ਆਮ ਤਿਉਹਾਰਾਂ ਦੀ ਤਰ੍ਹਾਂ ਲੋਕ ਨਵੇਂ ਕੱਪੜੇ ਪਾਉਂਦੇ ਹਨ, ਈਦਗਾਹ ਜਾ ਕੇ ਨਮਾਜ਼ ਪੜ੍ਹਦੇ ਹਨ, ਇੱਕ ਦੂਸਰੇ ਦੇ ਗਲੇ ਮਿਲ ਕੇ ਵਧਾਈਆਂ ਦਿੰਦੇ ਹਨ ਅਤੇ ਸਪੈਸ਼ਲੀ ਇਸ ਦਿਨ ਲੋਕਾਂ ਦੇ ਘਰਾਂ ਵਿੱਚ ਮਠਿਆਈਆਂ ਬਣਦੀਆਂ ਹਨ ਅਤੇ ਸ਼ਗਨ ਦੇ ਤੌਰ 'ਤੇ ਸੇਵੀਆਂ ਬਣਾਈਆਂ ਜਾਂਦੀਆਂ ਹਨ ਜੋ ਕਿ ਘਰ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਖਵਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਈਦ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਸ਼ਹਿਰਾਂ ਵਿੱਚ ਚਹਿਲ ਪਹਿਲ ਰਹਿੰਦੀ ਹੈ ਅਤੇ ਤਿਉਹਾਰ ਜਿਹੜੇ ਨੇ ਉਹ ਸਾਨੂੰ ਇਹੀ ਸੰਦੇਸ਼ ਦਿੰਦੇ ਹਨ ਕਿ ਸਾਨੂੰ ਪ੍ਰੇਮ ਦੇ ਨਾਲ, ਮਿਲਾਪ ਦੇ ਨਾਲ ਅਤੇ ਭਾਈਚਾਰੇ ਦੇ ਨਾਲ ਰਹਿਣਾ ਚਾਹੀਦਾ ਹੈ, ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ। ਸਾਰੇ ਤਿਉਹਾਰਾਂ ਨੂੰ ਪਿਆਰ ਨਾਲ ਮਨਾਉਣਾ ਚਾਹੀਦਾ ਹੈ। ਸੋ ਬੱਚਿਓ, ਇਸ ਪਾਠ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਪੜ੍ਹਨਾ ਹੈ। ਲਾਈਨ ਟੂ ਲਾਈਨ ਤੁਹਾਨੂੰ ਲੈਸਨ ਜਿਹੜਾ ਹੈ ਉਹ ਯਾਦ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਔਖੇ ਸ਼ਬਦਾਂ ਦੇ ਅਰਥ ਜਿਹੜੇ ਹਨ ਉਹ ਵੀ ਤੁਸੀਂ ਪੇਪਰਾਂ ਦੇ ਲਈ ਯਾਦ ਕਰਨੇ ਹਨ ਅਤੇ ਜਿਹੜਾ ਅਭਿਆਸ ਹੈ, ਅਭਿਆਸ ਦੇ ਵਿੱਚੋਂ ਵੀ ਤੁਹਾਨੂੰ ਇੱਕ ਫਾਰਮੈਟ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਨੂੰ ਯਾਦ ਕਰਨਾ ਹੈ ਕਿ ਤੁਹਾਨੂੰ ਖਾਲੀ ਥਾਵਾਂ ਭਰੋ ਆ ਸਕਦੀਆਂ ਨੇ, ਪ੍ਰਸ਼ਨ ਉੱਤਰ ਆਉਣਗੇ ਅਤੇ ਤੁਹਾਨੂੰ ਇਹ ਵੀ ਆਏਗਾ ਕਿ ਰਾਈਟ ਰੋਂਗ
ठीक है, सही गलत की पहचान करनी है, सही वाक किहड़ा है, गलत वाक किहड़ा है। सो ਬੱਚਿਓ ਤੁਸੀਂ ਪਾਠ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ ਯਾਦ ਕਰੋ। ਅਗਰ ਤੁਸੀਂ ਥੋਰਲੀ ਲੈਸਨ ਨੂੰ ਰੀਡ ਕਰ ਲੈਂਦੇ ਹੋ ਤਾਂ ਤੁਹਾਨੂੰ ਸਾਰਾ ਹੀ ਚੰਗੀ ਤਰ੍ਹਾਂ ਸਮਝ ਆ ਜਾਏਗਾ ਕਿ ਤੁਸੀਂ ਆਪਣਾ ਪੇਪਰ ਕਿਸ ਤਰ੍ਹਾਂ ਹੱਲ ਕਰਨਾ ਹੈ। ਸੋ ਇਹ ਹੈ ਸਾਡੇ ਸੈਕਿੰਡ ਯੂਨਿਟ ਦੇ ਪੇਪਰਾਂ ਦਾ ਸਿਲੇਬਸ। ਸੋ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਆਲ ਦਾ ਬੈਸਟ। ਆਪਣੇ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਕਰੋ ਅਤੇ ਵਧੀਆ ਵਧੀਆ ਪੇਪਰ ਕਰੋ। ਸੋ ਬੱਚਿਓ ਪੇਪਰ ਤੁਹਾਡਾ ਸਭ ਦਾ ਆਨਲਾਈਨ ਹੋਏਗਾ ਅਤੇ ਤੁਹਾਨੂੰ ਆਪਸ਼ਨਸ ਦਿੱਤੀਆਂ ਹੋਣਗੀਆਂ, ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਪੜ੍ਹ ਕੇ ਫਿਰ ਉਸ ਨੂੰ ਸੋਲਵ ਕਰਨਾ ਹੈ। ਠੀਕ ਹੈ ਜੀ। ਸੋ ਧੰਨਵਾਦ ਬੱਚਿਓ।